ਜਦੋਂ ਸ਼ਰੀਕ ਤੁਹਾਡੀ ਗੈਰਤ ਜਾਂ ਤੁਹਾਡਾ ਟੈਂਪੋ ਜਾਂ ਤੁਹਾਡਾ ਗੁੱਸਾ ਚੈੱਕ ਕਰਨਾ ਚਾਹਣ ਨਾ, ਤਾਂ ਸਮਝ ਲਓ ਵੀ ਸਭ ਤੋਂ ਪਹਿਲਾਂ ਉਹ ਤੁਹਾਡੇ ਪੱਠਿਆਂ ਦੇ ਵਿੱਚ ਬੱਕਰੀਆਂ ਛੱਡਣ ਦੇ। ਜੇ ਤਾਂ ਤੁਸੀਂ ਉਹਨਾਂ ਨੂੰ ਕਿਹਾ ਨਾ ਖੈਰ ਏ ਗੁਜ਼ਾਰਾ ਕਰਨੇ ਆ, ਕੋਈ ਗੱਲ ਨਹੀਂ, ਚਲੋ ਇੱਕ ਵਾਰੀ ਗਲਤੀ ਨਾਲ ਪੈ ਗਈਆਂ ਨੇ, ਅਤੇ ਇਹ ਉਮੀਦ ਰੱਖੋ ਵੀ ਅਗਲੀ ਵਾਰੀ ਉਹਨਾਂ ਦੀਆਂ ਮੱਝਾਂ ਗਲਤੀ ਨਾਲ ਤੁਹਾਡੇ ਪੱਠਿਆਂ 'ਚ ਫੇਰ ਆਉਣੀਆਂ ਨੇ। ਔਰ ਅਗਰ ਤੁਸੀਂ ਫੇਰ ਵੀ ਮੱਝਾਂ ਦੀ ਵਾਰੀ ਵੀ ਇਹ ਕਿਹਾ ਕਿ ਯਾਰ ਤੂੰ ਮੱਝਾਂ ਇੱਧਰ ਕਿਉਂ ਖੋਲੀਆਂ ਨੇ ਜਾਂ ਕਿਉਂ, ਤਾਂ ਉਹਨੇ ਕਿਹਾ ਕਿ ਬਈ ਉਹ ਗਲਤੀ ਨਾਲ ਆ ਗਈਆਂ ਨੇ ਯਾਰ, ਖੈਰ ਹੀ ਹੈ, ਅਤੇ ਸਮਝ ਲਓ ਤੁਹਾਡੀ ਚੈਕਿੰਗ ਹੋ ਰਹੀ ਹੈ। ਔਰ ਦੁਨੀਆ ਦਾ ਇਹ ਵਤੀਰਾ ਹੈ, ਦੁਨੀਆ ਦਾ ਇਹ ਕਾਨੂੰਨ ਹੈ ਕਿ ਸਭ ਤੋਂ ਪਹਿਲਾਂ ਚੈੱਕ ਕਰਨੇ ਵਾਸਤੇ ਛੋਟੇ ਛੋਟੇ ਹੱਥ ਕੰਡੇ ਇਸਤੇਮਾਲ ਕੀਤੇ ਜਾਂਦੇ ਨੇ। ਸਮਝ ਲਓ ਵੀ ਸ਼ਰੀਕ ਇਸ ਵਕਤ ਪੂਰੀ ਤੁਹਾਡੀ ਫਿਕਰ ਵਿੱਚ ਔਰ ਤੁਹਾਡਾ ਘੇਰਾ ਤੰਗ ਕਰ ਰਿਹਾ। ਬੱਕਰੀਆਂ ਇੰਝ ਨਹੀਂ ਪਈਆਂ ਹਨ। ਪੂਰੀ ਦੁਨੀਆ ਦੇ ਉੱਤੇ ਜਿਸ ਵਕਤ ਸਲਾਹੁਦੀਨ ਅਯੂਬੀ ਦਾ ਅਰੂਜ ਸੀ ਨਾ, ਬੋਲ ਬਾਲਾ ਸੀ, ਅਤੇ ਉਸ ਵਕਤ ਯਹੂਦੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਉਹ ਮਾਵਾਂ ਹੀ ਨਹੀਂ ਰਹਿਣ ਦੇਣ ਲਏ ਕਿ ਜਿਹੜੀਆਂ ਸਲਾਹੁਦੀਨ ਅਯੂਬੀ ਪੈਦਾ ਕਰ ਸਕਣ। ਅੱਜ ਤੁਸੀਂ ਦੇਖ ਲਓ ਪੂਰੀ ਦੁਨੀਆ ਦੇ ਉੱਤੇ ਤੁਹਾਡੀ ਕਿੰਨੀ ਵੈਲਿਊ ਰਹਿ ਗਈ ਹੈ ਕਿ 57 ਮੁਲਕ ਨੇ, ਕੋਈ 28 ਅਰਬ ਦੇ ਕਰੀਬ ਤਰੀਨ ਮੁਸਲਮਾਨ ਨੇ, ਲੇਕਿਨ ਵੈਲਿਊ ਤੁਸੀਂ ਦੇਖ ਲਓ ਤੁਹਾਡੀ ਇੱਕ ਆਨੇ ਦੀ ਨਹੀਂ ਹੈ। ਕੋਈ ਬੰਦਾ ਤੁਹਾਨੂੰ ਪਰਿਆਂ 'ਚ ਨਹੀਂ ਬੁਲਾਉਂਦਾ, ਕੋਈ ਬੰਦਾ ਤੁਹਾਨੂੰ ਕੋਈ ਚੰਗੀ ਮਾੜੀ ਨਹੀਂ ਪੁੱਛਦਾ। ਤੁਹਾਡੇ ਜਿੰਨੇ ਮਰਜ਼ੀ ਬਿਮਾਰ ਹੋਣ, ਜਿੰਨੇ ਮਰਜ਼ੀ ਮਰ ਜਾਣ, ਕੋਈ ਪਤਾ ਨਹੀਂ ਲੈਂਦਾ, ਕੋਈ ਅਫਸੋਸ ਨਹੀਂ ਕਰਦਾ। ਉਹਨਾਂ ਦਾ ਡੰਗਰ ਵੀ ਬਿਮਾਰ ਹੋਵੇ ਅਤੇ ਤੁਸੀਂ ਸਭ ਤੋਂ ਪਹਿਲਾਂ ਪੇਟੀਆਂ ਲੈ ਕੇ ਪਹੁੰਚ ਜਾਂਦੇ ਹੋ ਕਿ ਕੀ ਹਾਲ ਹੈ ਉਹਦਾ। ਤੁਹਾਡੇ ਉੱਤੇ ਫਰਜ਼ ਹੈ ਉਹਨਾਂ ਦੀ ਖੈਰੀਅਤ ਪੁੱਛਣੀ, ਲੇਕਿਨ ਉਹ ਤੁਹਾਨੂੰ ਇੱਕ ਆਨੇ ਦੇ ਭਾਅ ਨਹੀਂ ਜਾਣਦੇ। ਸਮਝ ਲਓ ਕਿ ਤੁਸੀਂ ਦੁਨੀਆ 'ਤੇ ਹੈ ਹੋ ਕਿ ਨਹੀਂ ਹੈ ਵੀ, ਇਹ ਸਮਝਦੇ ਨੇ ਕਿ ਬਈ ਸਭ ਕੁਝ ਸਾਡਾ ਹੀ ਹੈ, ਤੁਹਾਡੀ ਕੋਈ ਵੈਲਿਊ ਨਹੀਂ। ਇੱਕ ਜੁੱਤੀ ਜਿੰਨੀ ਵੈਲਿਊ ਨਹੀਂ ਰਹਿ ਗਈ ਕਿ ਹਰ ਪਾਸਿਓਂ ਘੇਰਾ ਤੰਗ ਕੀਤਾ ਜਾ ਰਿਹਾ। ਕਿਉਂ ਕੀਤਾ ਜਾ ਰਿਹਾ? ਇਹ ਬੜੀ ਲੰਮੀ ਦਾਸਤਾਨ ਹੈ ਔਰ ਬਿਲਾ ਵਜ੍ਹਾ ਕੀਤਾ ਜਾ ਰਿਹਾ। ਜਿਹੜਾ ਗੁਨਾਹ ਤੁਸੀਂ ਨਹੀਂ ਕਰਦੇ ਉਹ ਵੀ ਤੁਹਾਡੇ 'ਤੇ ਪਾ ਦਿੱਤਾ ਜਾਂਦਾ ਔਰ ਤੁਸੀਂ ਕਹਿੰਦੇ ਹੋ ਖੈਰੀ ਹੈ। ਉਹ ਖੈਰੀ ਦੇ ਚੱਕਰ ਦੇ ਵਿੱਚ ਅੱਜ ਤੁਹਾਡੀ ਇਹ ਕੰਡੀਸ਼ਨ ਹੋ ਗਈ ਹੈ ਕਿ ਪੂਰੀ ਦੁਨੀਆ ਦੇ ਉੱਤੇ ਜਿੱਥੇ ਵੀ ਤੁਸੀਂ ਦੇਖ ਲਓ, ਕਿਸੇ ਇੱਕ ਜਗ੍ਹਾ 'ਤੇ ਤੁਸੀਂ ਇਹ ਨਾਂ ਨਹੀਂ ਲੈ ਕੇ ਦੱਸ ਸਕਦੇ ਕਿ ਇੱਥੇ ਸਾਡਾ ਜ਼ੋਰ ਹੈ, ਇੱਥੇ ਅਸੀਂ ਰੂਜ 'ਤੇ ਹਾਂ, ਇੱਥੇ ਸਾਡੀ ਫਤਿਹ ਹੈ, ਇੱਥੇ ਅਸੀਂ ਕਾਮਯਾਬ ਹਾਂ। ਤੁਹਾਨੂੰ ਉਹਨਾਂ ਨੇ ਕੱਲਿਆਂ ਕਰਕੇ ਮਾਰ ਰਿਹਾ। ਸਾਰਿਆਂ ਭਰਾਵਾਂ ਨੂੰ ਅਲੱਗ ਪ੍ਰੋਟੋਕੋਲ ਦੇ ਕੇ ਸਭ ਦੇ ਅੱਗੇ ਥੋੜ੍ਹੀ ਚੋਕਰ, ਥੋੜ੍ਹੀ ਸਮਝ ਲਓ ਕਿ ਬਈ ਜਿਸ ਤਰ੍ਹਾਂ ਦਾ ਕੋਈ ਬੰਦਾ ਹੈ, ਸਮਝ ਗਏ ਨਾ, ਜਿਸ ਤਰ੍ਹਾਂ ਦਾ ਕੋਈ ਡੰਗਰ ਹੁੰਦਾ ਹੈ, ਉਂਝ ਦਾ ਉਹਦੇ ਅੱਗੇ ਵੰਡਾ ਪਾ ਕੇ ਅਤੇ ਉਹਦੀਆਂ ਧਾਰਾਂ ਲਵਾਈਆਂ ਜਾ ਰਹੀਆਂ। ਫਿਰ ਜਿਸ ਵਕਤ ਉਹਦੇ 'ਤੇ ਲੱਗ ਜਾਂਦਾ ਹੈ ਕਿ ਇਹਦੇ ਬਗੈਰ ਮੈਂ ਜੀ ਨਹੀਂ ਸਕਦਾ, ਅਤੇ ਫਿਰ ਉਹਦੇ ਕੋਲੋਂ ਉਹ ਗੱਲਾਂ ਮਨਵਾ ਲੈਂਦੇ ਨੇ ਕਿ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ। ਉਹ ਜਦੋਂ ਤੁਹਾਡਾ ਇੱਕ ਭਰਾ ਮੰਨ ਜਾਂਦਾ ਹੈ ਅਤੇ ਦੂਜੇ ਨੂੰ ਲੋਕ ਕਹਿੰਦੇ ਨੇ ਕਿ ਉਹ ਮੰਨ ਗਿਆ, ਤੈਨੂੰ ਕੀ ਤਕਲੀਫ ਹੈ, ਤੂੰ ਉਹਦੇ 'ਚੋਂ ਨਹੀਂ, ਤੂੰ ਉਸੇ ਪਿਓ ਦਾ ਨਹੀਂ, ਤੂੰ ਉਸੇ ਮਾਂ ਦਾ ਨਹੀਂ ਹੈ, ਤੂੰ ਉਸ ਪਿੰਡ ਦਾ ਨਹੀਂ, ਤੂੰ ਉਸ ਮੁਲਕ ਦਾ ਨਹੀਂ। ਉਹ ਫਿਰ ਕਹਿੰਦਾ ਜੀ ਉਹ ਮੰਨ ਗਿਆ ਅਤੇ ਫਿਰ ਮੈਂ ਵੀ ਮੰਨ ਜਾਂਦਾ। ਬਲਕਿ ਮੰਨ ਕੀ ਜਾਂਦਾ, ਉਹਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਦੇ। ਉਹਨਾਂ ਨੂੰ ਪਤਾ ਹੈ ਕਿ ਜੇ ਉਹਨਾਂ ਨੂੰ ਬਈ ਪਹਿਲਾਂ ਹੀ ਪਤਾ ਹੈ ਕਿ ਉਹ ਮੰਨਿਆ ਅਤੇ ਅਸੀਂ ਮੰਨ। ਪੂਰੀ ਦੁਨੀਆ ਦੇ ਉੱਤੇ ਦੇਖ ਲਓ ਕਿ ਕੱਲਿਆਂ ਕਰਕੇ ਸਭ ਨੂੰ ਫੈਂਟਾ ਲੱਗ ਰਿਹਾ, ਸਭ ਨੂੰ ਕੁੱਟ ਪੈਣੀ। ਅੱਜ ਜਿਹੜੇ ਹੈ ਬੜੇ ਸੁਰਖਰੂ ਬੈਠੇ ਨੇ ਨਾ, ਬੜੇ ਸਕੂਨ ਨਾਲ ਔਰ ਨਰਮ ਗਰਮ ਬਿਸਤਰ ਔਰ ਬੜੇ ਅਯਾਸ਼ੀਆਂ ਵਿੱਚ ਔਰ ਪੁਰਅਮਨ ਨੇ, ਇਹਨਾਂ ਦੀ ਵੀ ਵਾਰ ਆ ਜਾਣੀ। ਇਹ ਗੱਲ ਯਾਦ ਰੱਖਿਓ, ਜਿਨ੍ਹਾਂ ਨੂੰ ਕੁੱਟ ਪੈ ਰਹੀ ਹੈ ਗਲਤੀ ਉਹਨਾਂ ਦੀ ਕੋਈ ਨਹੀਂ। ਇਹ ਮਤ ਸਮਝੋ ਕਿ ਉਹਨਾਂ ਦਾ ਕੋਈ ਗੁਨਾਹ ਹੈ ਅਤੇ ਉਹਨਾਂ ਦੇ ਅੱਗੇ ਆਏ ਹੈ, ਜਾਂ ਉਹਨਾਂ ਦੀ ਕੋਈ ਗਲਤੀ ਕੀਤੀ, ਜਾਂ ਉਹਨਾਂ ਨੇ ਉਹਨਾਂ ਨੂੰ ਛੇੜਿਆ ਹੈ। ਨਾ, ਉਹਨਾਂ ਕਿਸੇ ਨੂੰ ਕੱਖ ਵੀ ਨਹੀਂ ਆਖਿਆ ਅਤੇ ਉਹਨਾਂ ਨੂੰ ਕੁੱਟ ਪੈ ਰਹੀ ਹੈ ਨਾ, ਤੁਸੀਂ ਵੀ ਕੱਖ ਨਹੀਂ ਆਖਣਾ ਅਤੇ ਤੁਹਾਨੂੰ ਵੀ ਪੈਣੀ ਹੈ। ਸਿਰਫ ਤੁਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹੋ। ਤੁਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹੋ ਕਿ ਚਲੋ ਕਮ ਅਜ਼ ਕਮ ਜਿਹੜਾ ਨਾ ਸਾਨੂੰ ਕੋਈ ਦਿਨ ਲੱਭ ਰਹੇ ਨੇ ਜੀਣ ਵਾਸਤੇ। ਯਾਨੀ ਦੁਨੀਆ ਦੇ ਜਿਹੜੇ ਤੁਸੀਂ ਲਿਪਟ ਗਏ ਹੋ, ਤੁਸੀਂ ਕਲਾਵਾ ਮਾਰ ਲਿਆ ਕਿ ਅਸੀਂ ਕਿਹੜਾ ਮਰਨਾ ਹੈ, ਉਹ ਸਿਰਫ ਤੁਸੀਂ ਜੀ ਰਹੇ ਹੋ ਇਸ ਵਾਸਤੇ ਕਿ ਕੋਈ ਦਿਹਾੜੇ ਹੋਰ ਕੱਢ ਲਓ। ਅਤੇ ਉਹਨਾਂ ਦਿਹਾੜਿਆਂ ਵਿੱਚ ਤੁਸੀਂ ਕੀ ਕਰ ਲਓ? ਜੇ ਤੁਸੀਂ ਪਿਛਲਿਆਂ 50 ਸਾਲਾਂ 'ਚ 60-70 ਸਾਲਾਂ 'ਚ ਜਾਂ 100 ਸਾਲ ਵਿੱਚ ਕੋਈ ਨਹੀਂ ਕਰ ਸਕੇ, ਅਗਲਿਆਂ ਕੁਝ ਸਾਲਾਂ ਵਿੱਚ ਕੀ ਕਰ ਲਓ? ਲੇਕਿਨ ਫੈਂਟਾ ਤੁਹਾਨੂੰ ਪੈਣਾ ਜੇ ਅਗਰ ਤੁਸੀਂ ਗੈਰਤ ਦਾ ਮੁਜ਼ਾਹਰਾ ਨਾ ਕੀਤਾ, ਤੁਸੀਂ ਜਾਗੇ ਨਾ, ਐਸੇ ਤਰ੍ਹਾਂ ਸੁੱਤੇ ਰਹੇ, ਐਸੇ ਤਰ੍ਹਾਂ ਤੁਹਾਡੇ ਕੋਲੋਂ ਜਨਾਬ ਮੇਰੀ ਤੁਹਾਡੀਆਂ ਖੱਖੜੀਆਂ ਦੇ ਵਿੱਚੋਂ ਉਹ ਖੋ ਕੇ ਬਾਗ ਦੇ ਵਿੱਚੋਂ ਜਿਹੜੇ ਅੱਛੇ ਮੇਵਾਜਾਤ ਔਰ ਅੱਛੀਆਂ ਚੀਜ਼ਾਂ ਅਗਰ ਤੁਹਾਡੇ ਕੋਲੋਂ ਉਹ ਖੋਹਦੇ ਲੱਗੇਗੇ ਨਾ, ਤੇ ਫਿਰ ਸਮਝ ਲਓ ਵੀ ਉਹ ਜਿਹੜੀ ਬੰਜਰ ਹੈ ਨਾ,
ਉਹ ਵੀ ਉਹਨਾਂ ਲੈ ਜਾਣੀ। ਇਹ ਗੱਲ ਨਾ ਰੱਖਿਓ ਕਿ ਬਈ ਬੰਜਰ ਨੂੰ ਉਹਨਾਂ ਨੇ ਕੀ ਕਰਨਾ। ਉਹਨਾਂ ਵਾਸਤੇ ਇੱਕ ਮੁੱਠੀ ਜਿਹੜੀ ਹੈ ਨਾ, ਉਹ ਵੀ ਉਹਨਾਂ ਦੀ ਫਤਿਹ, ਔਰ ਫਤਿਹ ਉਹਨਾਂ ਕਰ ਲਈ ਕਿ ਸਾਡੀਆਂ ਜਿਹੜੀਆਂ ਬੀਬੀਆਂ ਹੋਣ ਪ੍ਰੈਗਨੈਂਟ ਹੁੰਦੀਆਂ ਨੇ ਨਾ, ਇਹ ਟੀਵੀ ਡਰਾਮੇ ਅਤੇ ਏਸੀ ਅਤੇ ਬਿਲਕੁਲ ਯਾਸ਼ੀ, ਅਤੇ ਡਾਕਟਰ ਨੇ ਮਨਾ ਕਰ ਛੜਿਆ, ਅਤੇ ਪੈਰ ਥੱਲੇ ਨਹੀਂ ਰੱਖਣਾ, ਅਤੇ ਕੋਈ ਕੰਮ ਨਹੀਂ ਕਰਨਾ, ਅਤੇ ਬਿਲਕੁਲ ਮੰਜੀ ਦੇ ਉੱਤੇ। ਉਹਦੀ ਵਜ੍ਹਾ ਹੈ ਕਿ ਉਹਨਾਂ ਨੇ ਬੱਚੇ ਅੱਗੋਂ ਕਿੱਥੋਂ ਪੈਦਾ ਕਰਨੇ ਨੇ, ਜਿਹੜੇ ਜ਼ਰੂਰਤਮੰਦ, ਜਿਹੜੇ ਤਾਕਤਵਰ, ਜਿਹੜੇ ਜਾਬਰ, ਜਿਹੜੇ ਜ਼ੈਨ, ਜਿਹੜੇ ਕੋਈ ਦੁਨੀਆ ਦੇ ਉੱਤੇ ਲੋਹਾ ਮਨਵਾਉਣ। ਉਹਨਾਂ ਦੀਆਂ ਔਰਤਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਨਾ, ਅਤੇ ਉਹ ਮੈਥ ਦੇ ਸਵਾਲ ਉਹਨਾਂ ਕੋਲ ਕਰਵਾਉਂਦੇ ਨੇ, ਮੁਸ਼ਕਿਲ ਤਰੀਨ ਸਵਾਲ ਕਰਾਉਂਦੇ ਨੇ, ਤਾਂ ਕਿ ਉਹਨਾਂ ਦੇ ਬੱਚੇ ਦੇ ਉੱਤੇ ਅਸਰ ਪਵੇ, ਔਰ ਉਹ ਜਦੋਂ ਪੈਦਾ ਹੋਵੇ, ਦੁਨੀਆ 'ਤੇ ਆਵੇ, ਅਤੇ ਉਹ ਇੱਕ ਫਤਿਹਾਨਾ ਉਹ ਦੁਨੀਆ ਦੀ ਕੋਈ ਨਵੀਂ ਚੀਜ਼ ਦਾ ਯਾਦ ਕਰੇ। ਉਹ ਸਾਡੇ ਵਾਲੀਆਂ ਨੂੰ ਸਕੂਨ ਚਾਹੀਦਾ। ਠੀਕ ਹੈ, ਦੁਆਵਾਂ ਯਾਦ ਰੱਖਿਓ।